ਇੰਦਰਾ ਨਗਰ ਗੁਰਦੁਆਰਾ ਸਾਹਿਬ ਕਮੇਟੀ ਦੀ ਲਾਇਬ੍ਰੇਰੀ ਪਿਛਲੇ 8-9 ਸਾਲਾਂ ਤੋਂ ਚਲਾਈ ਜਾ ਰਹੀ ਹੈ, ਜਿੱਥੇ ਕਿ ਹਰ ਧਰਮ ਨਾਲ ਸੰਬੰਧਿਤ ਸਾਹਿਤ ਕਿਤਾਬਾਂ, ਮਨੋਵਿਗਿਆਨ ਕਿਤਾਬਾਂ, ਵਿਗਿਆਨਿਕ ਕਿਤਾਬਾਂ, ਮੈਡੀਕਲ ਸੰਬੰਧਿਤ ਜਨਰਲ ਨੌਲੇਜ, ਬੱਚਿਆਂ ਦੀਆਂ ਕਿਤਾਬਾਂ, ਆਯੁਰਵੈਦਿਕ, ਐਲੋਪੈਥਿਕ ਦੀਆਂ ਕਿਤਾਬਾਂ ਹੁਣ ਤੁਸੀਂ ਪੜ੍ਹ ਸਕਦੇ ਹੋ। ਮੈਂਬਰਸ਼ਿਪ ਲੈਣ ਲਈ ਕੇਵਲ 100 ਰੁਪਇਆ ਅਤੇ ਆਧਾਰ ਕਾਰਡ ਦੇਣਾ ਪਵੇਗਾ। ਤੁਸੀਂ 2 ਕਿਤਾਬਾਂ 15 ਦਿਨ ਲਈ ਪੜ੍ਹਨ ਲਈ ਲੈ ਸਕਦੇ ਹੋ, ਜਿਸ ਵਿੱਚ ਅੰਗਰੇਜ਼ੀ, ਉਰਦੂ, ਹਿੰਦੀ, ਪੰਜਾਬੀ ਆਦਿ ਭਾਸ਼ਾਵਾਂ ਨਾਲ ਸੰਬੰਧਿਤ ਕਿਤਾਬਾਂ ਪੜ੍ਹ ਸਕਦੇ ਹੋ। ਇੰਗਲਿਸ਼ ਸੈਕਸ਼ਨ ਆ। ਇਹਨਾਂ ਕਿਤਾਬਾਂ ਦੇ ਵਿੱਚ ਸਾਡੇ ਕੋਲੇ ਬੜੀਆਂ ਕੋਸਟਲੀ ਕਿਤਾਬਾਂ ਔਰ ਚੰਗੇ ਰਾਈਟਰਾਂ ਦੀਆਂ ਇਹ ਕਿਤਾਬਾਂ ਜਿਹੜੀਆਂ ਕਿ ਸਾਨੂੰ ਕਿਸੇ ਪਾਸਿਓਂ ਆਮ ਤੌਰ ਤੇ ਕਿਸੇ ਲਾਇਬ੍ਰੇਰੀ 'ਚ ਤੁਹਾਨੂੰ ਕਿਸੇ ਪਾਸੇ ਨਹੀਂ ਮਿਲਣਗੀਆਂ। ਇਹਨਾਂ ਦੀ ਕੀਮਤ ਤਕਰੀਬਨ 2-2.5 ਹਜ਼ਾਰ ਰੁਪਏ ਤੱਕ ਆ, ਜਿਹੜੀ ਕੋਈ ਵੀ ਜਿਹੜੀ ਲਾਇਬ੍ਰੇਰੀ ਆ ਇਹਨਾਂ ਅਫੋਰਡ ਨਹੀਂ ਕਰ ਸਕਦੀ ਗੀ। ਸਿਰਫ ਸਾਡੀ ਇਸ ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਐਸੀਆਂ ਕੀਮਤੀ ਵੈਲਿਊਏਬਲ ਕਿਤਾਬਾਂ ਜਿਹੜੀਆਂ ਤੁਹਾਨੂੰ ਕਿਸੇ ਪਾਸੋਂ ਨਹੀਂ ਮਿਲਣਗੀਆਂ, ਇਸ ਅਲਮਾਰੀ 'ਚ ਮਿਲਦੀਆਂ। ਇਹ ਸਾਡੀ ਅਲਮਾਰੀ ਦੇ ਵਿੱਚ ਸਾਰਾ ਜਿਹੜਾ ਧਾਰਮਿਕ ਗੁਰਮੁਖ ਲਿਟਰੇਚਰ ਆ, ਇਹਦੇ ਵਿੱਚ ਜਿਹੜੀਆਂ ਲੇਟੈਸਟ ਹੈਗੀਆਂ, ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲੇ ਇਹਦੇ ਵਿੱਚ ਵੱਖੋ ਵੱਖਰੇ ਜਿਹੜੇ ਹੈਗੇ ਆ ਵਾਲੀਅਮ, ਇਹਦੇ ਵਿੱਚ 10ਵੇਂ ਗ੍ਰੰਥ ਦੇ ਵਾਲੀਅਮ ਆ, ਇੰਗਲਿਸ਼ ਦੇ ਵਿੱਚ ਈਵਨ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਵਾਸਤੇ, ਉਹਨਾਂ ਦੇ ਅਰਥਾਂ ਨੂੰ ਸਮਝਣ ਵਾਸਤੇ ਪ੍ਰੋਫੈਸਰ ਸਾਹਿਬ ਸਿੰਘ ਜਿਹੜੀਆਂ ਕਿਤਾਬਾਂ ਉਹਨਾਂ ਦੀ ਉਹ ਨਹਾਇਤ ਜ਼ਰੂਰਤ ਆ। ਉਹ ਸਾਡੀ ਲਾਇਬ੍ਰੇਰੀ ਦੇ ਵਿੱਚ ਸਾਰੇ 10 ਭਾਗ ਆ। ਇੱਥੋਂ ਤੱਕ ਜਿਹੜੀ ਗੁਰਬਾਣੀ ਆ ਇਹ ਰਾਗਾਂ ਦੇ ਆਧਾਰ ਦੇ ਉੱਪਰ ਆ। ਰਾਗਾਂ ਦੇ ਆਧਾਰ ਦੇ ਉੱਪਰ ਸਾਡੇ ਕੋਲੇ ਸਾਰੀਆਂ ਕਿਤਾਬਾਂ ਇੱਥੇ ਆ। ਅੱਛਾ, ਈਵਨ ਇੱਥੋਂ ਤੱਕ ਵੀ ਗੁਰੂ ਗ੍ਰੰਥ ਸਾਹਿਬ ਜਿਹੜੀ ਅੱਜ ਸਾਡੇ ਕੋਲੇ ਮੌਜੂਦਾ ਜਿਸ ਲਿਪੀ ਦੇ ਵਿੱਚ ਆ, ਜਿਸ ਭਾਸ਼ਾ ਦੇ ਵਿੱਚ ਆ, ਅੱਜ ਜਿਹੜੇ ਸ਼ਬਦ ਜੋੜਾਂ ਦੇ ਵਿੱਚ ਸਾਡੇ ਕੋਲੇ ਹੈ, ਇਹ ਉਹ ਸਾਡੇ ਕੋਲੇ ਭਾਗ ਹੈਗੇ ਆ ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਬਣਾਏ ਆ। ਇਹਦੇ ਵਿੱਚ ਉਸ ਮੌਕੇ ਤੇ ਗੁਰੂ ਨਾਨਕ ਦੇਵ ਜੀ ਤੋਂ ਜਦੋਂ ਗੁਰਬਾਣੀ ਇਕੱਠੀ ਕਰਨੀ ਸ਼ੁਰੂ ਕਰਤੀ, ਜਦੋਂ ਕਿ ਵੱਖੋ ਵੱਖ ਸਾਧਨਾ ਤੋਂ ਕੀਤੀ, ਉਹਨਾਂ ਦੀ ਭਾਸ਼ਾ ਹੀ ਵੱਖਰੀ ਸੀਗੀ, ਸ਼ਬਦ ਜੋੜ ਵੀ ਵੱਖਰੇ ਸੀਗੇ ਤੇ ਉਹਨਾਂ ਦੀਆਂ ਲਗਾ ਮਾਤਰਾ ਹੀ ਵੱਖਰੀਆਂ ਸੀਗੀਆਂ ਔਰ ਰਾਗਾਂ ਦੇ ਆਧਾਰਿਤ ਅੱਗੇ ਪਿੱਛੇ ਸੀਗੇ। ਉਹ ਦੇਖੋ, ਤੁਸੀਂ ਵੇਖੋਗੇ ਆ ਜਿਹੜੀ ਪੁਰਾਣੇ ਆ ਉਸ ਮੌਕੇ ਦੇ ਗੁਰਬਾਣੀ ਆ, ਇਹ ਸਭ ਤੋਂ ਪੁਰਾਣੀ ਆ ਜਿਹੜੀ ਸਾਨੂੰ ਉਸ ਮੌਕੇ ਮਿਲਿਆ। ਉਸ ਤੋਂ ਬਾਅਦ ਜਿਹੜੀ ਅੱਜ ਸਾਡੇ ਕੋਲੇ ਮੌਜੂਦਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਆ, ਉਹ ਅੱਜ ਇਹ ਆ। ਫਿਰ ਦੋਨਾਂ ਦਾ ਫਰਕ ਦੱਸਿਆ ਗਿਆ, ਲਗਾ ਮਾਤਰਾ ਫਰਕ ਦੱਸਿਆ ਗਿਆ, ਲਾਈਨਾਂ ਦਾ ਫਰਕ ਦੱਸਿਆ ਗਿਆ। ਇਹ ਕਿਤਾਬਾਂ ਐਸੀਆਂ ਜਿਹੜੀਆਂ ਕਿ ਬਹੁਤ ਰਿਸਰਚ ਤੋਂ ਬਾਅਦ ਸਾਨੂੰ ਇਹ ਮਿਲੀਆਂ। ਤੁਹਾਨੂੰ ਕਿਸੇ ਪਾਸੇ ਵੀ ਕਿਸੇ ਗੁਰਦੁਆਰੇ ਦੇ ਵਿੱਚ ਕਿਸੇ ਜਿਹੜੇ ਪੁਜਾਰੀ ਆ, ਗ੍ਰੰਥੀ ਆ, ਉਹਨਾਂ ਨੂੰ ਇਹਨਾਂ ਬਾਰੇ ਬਿਲਕੁਲ ਕੋਈ ਜਾਣਕਾਰੀ ਨਹੀਂ। ਇਹ ਜਿਹੜੀ ਵੈਲਿਊਏਬਲ ਕਿਤਾਬਾਂ ਹੈਗੀਆਂ ਜਿਹੜੀ ਉਹ ਸਾਡੇ ਕੋਲੇ ਇਸ ਸਾਰੀ ਲਾਇਬ੍ਰੇਰੀ ਦੇ ਵਿੱਚ ਉਪਲਬਧ ਆ। ਇਸੇ ਤਰ੍ਹਾਂ ਸਾਡੇ ਕੋਲੇ ਇਹਨਾਂ ਨੂੰ ਸਮਝਣ ਵਾਸਤੇ ਜੋ ਡਿਕਸ਼ਨਰੀਆਂ ਚਾਹੀਦੀਆਂ, ਉਹ ਵਿਆਕਰਨ ਚਾਹੀਦੀ ਆ। ਕੋਈ ਵੀ ਭਾਸ਼ਾ ਉਨੀ ਦੇਰ ਕੋ ਵਿਕਾਸ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਉਹਦੀ ਸੁਧਾਈ ਵਾਸਤੇ ਵਿਆਕਰਨ ਨਹੀਂ ਮਿਲਦੀ। ਪਰ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਵਾਸਤੇ ਵਿਆਕਰਨ ਦੀਆਂ ਸਾਡੇ ਕੋਲੇ ਸਾਰੀਆਂ ਕਿਤਾਬਾਂ ਅਵੇਲੇਬਲ ਆ। ਅਸੀਂ ਇਹ ਚਾਹੁੰਦੇ ਆ ਵੀ ਜੇ ਧਰਮ ਆ ਉਸ ਨੂੰ ਅੱਗੇ ਹੋਰ ਵਿਕਾਸ ਕਰਨਾ ਚਾਹੀਦਾ, ਉਸ ਨੂੰ ਸਮਝਣ ਵਾਸਤੇ ਜਿਹੜੀਆਂ ਕਿਤਾਬਾਂ ਲਾਇਬ੍ਰੇਰੀ 'ਚ ਹੋਣੀਆਂ ਚਾਹੀਦੀਆਂ, ਵਿਆਕਰਨ ਚਾਹੀਦੀ ਆ, ਸੁਧਾਈ ਹੋਣੀ ਚਾਹੀਦੀ ਆ, ਉਹਦਾ ਜਿਹੜਾ ਉਚਾਰਨ ਆ ਉਹ ਸਹੀ ਹੋਣਾ ਚਾਹੀਦਾ। ਉਹ ਕਿਤਾਬਾਂ ਸਾਡੇ ਕੋਲ ਇਸ ਲਾਇਬ੍ਰੇਰੀ ਦੇ ਵਿੱਚ ਮਿਲਦੀਆਂ, ਹੋਰ ਤੁਹਾਨੂੰ ਕਿਤੋਂ ਨਹੀਂ ਮਿਲਣਗੀਆਂ। ਈਵਨ ਇੱਥੋਂ ਤੱਕ
ਬਹੁਤ ਸਾਰੇ ਸ਼ਬਦ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਦੇ ਵਿੱਚ ਸਾਡੇ ਕੋਲੇ ਹਿੰਦੀ ਦੇ ਵਿੱਚ ਆ, ਸੰਸਕ੍ਰਿਤ ਦੇ ਵਿੱਚ ਆ, ਹੋਰ ਸਾਡੇ ਕੋਲੇ ਪਾਲੀ ਸ਼ਬਦ ਹੈਗੇ ਆ। ਬਹੁਤ ਸਾਰੇ ਸ਼ਬਦ ਐਸੇ ਹੈਗੇ ਜਿਹੜੀ ਅੱਜ ਦੀਆਂ ਭਾਸ਼ਾਵਾਂ 'ਚ ਹੈ ਨਹੀਂ। ਉਹ ਜਿਹੜੀਆਂ ਉਹ ਭਾਸ਼ਾਵਾਂ ਸਮੇਂ ਦੇ ਮੁਤਾਬਕ ਉਹ ਮਿਟ ਚੁੱਕੀਆਂ, ਪਰ ਉਹਨਾਂ ਨੂੰ ਸਮਝਣ ਵਾਸਤੇ ਸਾਡੇ ਕੋਲੇ ਵੱਖਰੀਆਂ ਡਿਕਸ਼ਨਰੀਆਂ ਹੈਗੀਆਂ ਵੀ ਤਾਂ ਜੋ ਗੁਰੂ ਗ੍ਰੰਥ ਸਾਹਿਬ ਨੂੰ ਸਮਝਿਆ ਜਾ ਸਕੇ। ਈਵਨ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਲਾਮਕ ਲਫ਼ਜ਼ ਬਹੁਤ ਜ਼ਿਆਦਾ ਆ, ਉਹਨਾਂ ਨੂੰ ਸਮਝਣ ਵਾਸਤੇ ਸਾਡੇ ਕੋਲ ਇਸਲਾਮ ਦੀਆਂ ਵੱਖਰੀਆਂ ਡਿਕਸ਼ਨਰੀਆਂ ਹੈਗੀਆਂ ਉਹਨੂੰ ਸਮਝਣ ਵਾਸਤੇ। ਇਸ ਕਰਕੇ ਬਹੁਤ ਜ਼ਿਆਦਾ ਸਾਡਾ ਜਿਹੜਾ ਲਿਟਰੇਚਰ ਆ ਇਸ ਦੇ ਵਿੱਚ ਪੁਰਾਣੀਆਂ ਸਾਡੇ ਕੋਲੇ ਜਿੰਨੀਆਂ ਵੀ ਮਤਲਬ ਕਹਿਣ ਦਾ ਸਾਖੀਆਂ ਹੈਗੀਆਂ, ਉਹ ਸਾਖੀਆਂ ਚਾਹੇ 100 ਸਾਖੀ ਆ, ਤੇ ਉਹ ਸਾਰੀਆਂ ਸਾਖੀਆਂ ਵੱਖੋ ਵੱਖਰੇ ਜਿਹੜੇ ਸਕਾਲਰ ਆ ਯੂਨੀਵਰਸਿਟੀਆਂ ਦੇ ਆ, ਉਹਨਾਂ ਦੇ ਸਾਡੇ ਕੋਲੇ ਅਵੇਲੇਬਲ ਆ ਇਹ ਸਾਡੇ ਇਸ ਲਾਇਬ੍ਰੇਰੀ ਦੇ ਵਿੱਚ। ਇਹ ਸਾਡੀ ਜ਼ਬਾਨੀ ਗੁਰੂ ਗ੍ਰੰਥ ਸਾਹਿਬ ਦੀ ਸੈਂਚੀ ਨਾਲ ਸੰਬੰਧਿਤ ਆ। ਇਹ ਸੈਂਚੀਆਂ ਦੇ ਵਿੱਚ ਜਿਹੜੇ ਸ਼ਬਦ ਪਦਸ਼ੇਦ ਆ ਜਾਂ ਲੜੀਵਾਰ ਆ, ਸਟੀਕ ਆ, ਉਹ ਬੜੇ ਠੀਕ ਤਰੀਕੇ ਨਾਲ ਮਰਿਆਦਾ ਦੇ ਨਾਲ ਸਾਡੀਆਂ ਇਹ ਸੈਂਚੀਆਂ ਸਾਂਭੀਆਂ ਗਈਆਂ ਹੈ, ਤਾਂ ਜੋ ਕਿਸੇ ਪ੍ਰਕਾਰ ਦੀ ਮਰਿਆਦਾ ਖਰਾਬ ਨਾ ਹੋਵੇ, ਉਹ ਟੁੱਟੇ ਨਾ ਮਰਿਆਦਾ, ਉਹਦੇ ਪੂਰੇ ਦਾ ਪੂਰਾ ਖਿਆਲ ਰੱਖ ਕੇ ਅਸੀਂ ਇਹਨਾਂ ਨੂੰ ਬਕਾਇਦਾ ਤੌਰ ਤੇ ਅਨਮਾਲਾ ਸਾਹਿਬ ਦੇ ਨਾਲ ਅਸੀਂ ਇਸ ਨੂੰ ਸਾਂਭ ਕੇ ਰੱਖਿਆ। ਇਸ ਨੂੰ ਕਿਉਂਕਿ ਸਾਰੇ ਗੁਰਦੁਆਰਾ ਸਾਹਿਬ 'ਚ ਨਹੀਂ ਆ ਸਕਦੇਗੇ, ਉਹਨਾਂ ਨੂੰ ਜਿਨ੍ਹਾਂ ਨੂੰ ਘਰਾਂ 'ਚ ਜ਼ਰੂਰਤ ਪੈਂਦੀ ਹੈ ਇਹਨਾਂ ਸੰਚੀਆਂ ਦੀ, ਅਸੀਂ ਉਹਨਾਂ ਨੂੰ ਇਸ਼ੂ ਕਰਦੇ ਹਾਂ। ਔਰ ਉਹਨੂੰ ਇਸ਼ੂ ਕਰਨ ਤੋਂ ਪਹਿਲਾਂ ਜ਼ਰੂਰ ਪੁੱਛਦੇ ਹਾਂ ਵੀ ਉਹਨਾਂ ਘਰਾਂ ਦੇ ਵਿੱਚ ਇਹਨੂੰ ਸਾਂਭਣ ਦਾ ਮਰਿਆਦਾ ਤੌਰ ਤੇ ਇਸ ਤੌਰ ਤੇ ਇੰਤਜ਼ਾਮ ਹੈ, ਅਸੀਂ ਉਸੇ ਨੂੰ ਇਸ਼ੂ ਕਰਦੇ ਹਾਂ। ਇਹ ਹੋਰ ਇਹ ਦੇਖੋ, ਇਹਦੇ ਵਿੱਚ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਇਹ ਸੰਚੀਆਂ ਇੰਗਲਿਸ਼ ਦੇ ਵਿੱਚ ਆ, ਗੁਰਮੁਖੀ ਤਾਂ ਹੈ ਹੀ ਸਾਡੇ ਕੋਲੇ, ਇਹ ਇੰਗਲਿਸ਼ ਦੇ ਵਿੱਚ ਆ ਸਾਰੀਆਂ ਵਾਲਮਾਂ। ਸਾਡੇ ਕੋਲੇ ਬਹੁਤ ਸਾਰੇ ਐਸੇ ਮੈਂਬਰ ਹੈਗੇ ਜਿਹੜੇ ਇੰਗਲਿਸ਼ ਪੜ੍ਹਨਾ ਚਾਹੁੰਦੇ ਆ ਤੇ ਉਹ ਸਾਡੇ ਕੋਲ ਇੰਗਲਿਸ਼ ਦੇ ਵਿੱਚ ਲੈ ਕੇ ਜਾਂਦੇ ਆ। ਇਹਨਾਂ ਨੂੰ ਸਮਝਣ ਵਾਸਤੇ, ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਵਾਸਤੇ ਜਿਹੜੀ ਡਿਕਸ਼ਨਰੀ ਆ, ਜਿਸ ਤਰ੍ਹਾਂ ਸਾਡੇ ਕੋਲੇ ਅੱਜ ਜਿਵੇਂ ਸਰਵਲੋਕ ਗ੍ਰੰਥ ਸਾਹਿਬ ਹੈਗੇ ਆ ਤੇ ਗੁਰੂ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਕੋਸ਼ ਆ, ਪੰਜਾਬ ਲੋਕ ਕੋਸ਼ ਆ, ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼ ਆ, ਇਹਨੂੰ ਸਮਝਣ ਵਾਸਤੇ ਪੂਰੇ ਦੇ ਪੂਰਾ ਸਾਡੇ ਕੋਲੇ ਇਹ ਸਾਰਾ ਲਿਟਰੇਚਰ ਸਾਡੇ ਕੋਲੇ ਆਪਣੀ ਗੁਰਮੁਖ ਨਾਲ ਸੰਬੰਧਿਤ ਧਰਮ ਨਾਲ ਇਹ ਸੰਬੰਧਿਤ ਜਿਹੜੀਆਂ ਅਲਮਾਰੀਆਂ, ਇਸ ਅਲਮਾਰੀਆਂ ਦੇ ਵਿੱਚ ਸਿਸਟੇਮੈਟਿਕ ਤਰੀਕੇ ਨਾਲ 1 2 3 4 ਲੜੀਵਾਰ ਸਾਡੀਆਂ ਲੱਗੀਆਂ ਹੋਈਆਂ। ਇਸ ਦੇ ਵਿੱਚ ਸਾਡੇ ਕੋਲੇ ਇਹਨਾਂ ਕਿਤਾਬਾਂ ਦੇ ਵਿੱਚ ਸਾਡੇ ਕੋਲੇ ਇਤਿਹਾਸਕ ਨਾਵਲ, ਧਾਰਮਿਕ, ਸਮਾਜਿਕ, ਇਹ ਹਰ ਪ੍ਰਕਾਰ ਦੇ ਸਾਡੇ ਕੋਲ ਨਾਵਲ, ਕਹਾਣੀ ਇਹਨਾਂ ਦੇ ਵਿੱਚ ਲੱਗੇ ਹੋਏ ਉਹਨਾਂ ਦੇ ਸਬਜੈਕਟ ਦੇ ਮੁਤਾਬਕ। ਇਸੇ ਤਰ੍ਹਾਂ ਹੀ ਇਹਨਾਂ ਅਲਮਾਰੀਆਂ ਦੇ ਵਿੱਚ ਸਾਡੇ ਕੋਲ ਕਿਤਾਬਾਂ ਦੇ ਵਿੱਚ ਜਿਹੜੀਆਂ ਮੈਡੀਕਲ ਕਿਤਾਬਾਂ ਹੈਗੀਆਂ ਉਹਨਾਂ ਦੇ ਵਿੱਚ ਵੀ ਹੈਗੀਆਂ, ਮਨੋਵਿਗਿਆਨਕ ਜਿਹੜੀਆਂ ਕਿਤਾਬਾਂ ਸਾਡੇ ਕੋਲ ਉਹ ਵੀ ਹੈਗੀਆਂ। ਸਮੁੱਚੇ ਤੌਰ ਤੇ ਅੱਜ ਵਿਗਿਆਨ ਦਾ ਯੁੱਗ ਆ, ਸਾਡੇ ਕੋਲ ਵਿਗਿਆਨ ਦੀਆਂ ਕਿਤਾਬਾਂ ਵੀ ਇਹਦੇ ਵਿੱਚ ਇਹਨਾਂ ਅਲਮਾਰੀਆਂ ਦੇ ਵਿੱਚ ਸਾਡੇ ਕੋਲ ਹੈਗੀਆਂ। ਇਹਦੇ ਵਿੱਚ ਉਰਦੂ ਸਾਡੇ ਕੋਲੇ ਹੈ, ਸ਼ਾਇਰੀ ਦੀਆਂ ਕਿਤਾਬਾਂ ਸਾਡੇ ਕੋਲੇ ਆ, ਸਾਹਿਤ ਦੀਆਂ ਕਿਤਾਬਾਂ ਸਾਡੇ ਕੋਲੇ ਆ। ਕਿਸੇ ਪ੍ਰਕਾਰ ਦੀ ਵੀ ਆਵੇ ਸਾਡੇ ਕੋਲੇ ਜਿਹੜਾ ਪਾਠਕ ਆ ਉਹ ਅਸੀਂ ਉਸ ਨੂੰ ਮੋੜ ਦਿੰਦੇ। ਈਵਨ ਇੱਥੋਂ ਤੱਕ ਜਿਹੜੇ ਪੁਰਾਣੇ ਮਤਲਬ ਕਵੀ ਆ ਜਾਂ ਲਿਖਾਰੀ ਆ ਅੱਜ ਸਾਡੇ ਕੋਲੇ ਹੈ ਨਹੀਂ ਗੇ, ਪਰ ਉਹਨਾਂ ਦੀਆਂ ਲਿਖਤਾਂ ਸਾਡੇ ਕੋਲੇ ਹੈਗੀਆਂ, ਉਹ ਸਾਰੀਆਂ ਸਾਡੇ ਕੋਲੇ ਕਿਤਾਬਾਂ ਆ। ਸਾਨੂੰ ਇਸ ਗੱਲ ਦਾ ਬੜਾ ਮਾਣ ਆ ਵੀ ਸਾਡੇ ਇੰਦਰਨਗਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਬੜਾ ਉਚੇਚਾ ਯਤਨ ਕੀਤਾ ਵੀ ਸਾਨੂੰ ਹਰ ਪ੍ਰਕਾਰ ਦੀ ਕਿਤਾਬ ਤੇ ਕਿਸੇ ਪ੍ਰਕਾਰ ਦੇ ਫੰਡ ਵੱਲੋਂ ਸਾਨੂੰ ਕੋਈ ਘਾਟ ਨਹੀਂ ਆਉਣ ਦਿੰਦੇਗੇ। ਤੇ ਬਾਕੀ ਬਹੁਤ ਸਹੀ ਸ਼ੁਕਰਗੁਜ਼ਾਰ ਆ ਇਸ ਚੀਜ਼ ਦਾ ਵੀ ਸਭ ਤੋਂ ਜ਼ਿਆਦਾ ਜਿਹੜੀਆਂ ਕਿਤਾਬਾਂ ਸਾਡੇ ਕੋਲੇ ਇਹ ਚੱਲੇ ਜਾ ਰਹੀਆਂ। ਈਵਨ ਇੱਥੋਂ ਤੱਕ ਜਿਹੜੇ ਬੱਚੇ ਆ, ਬੱਚਿਆਂ ਵਾਸਤੇ ਵੀ ਸਾਡੀਆਂ ਕਿਤਾਬਾਂ ਲਿਆ ਕੇ ਦਿੱਤੀਆਂ ਹੋਈਆਂ, ਜਿਹੜੇ ਇਲਸਟ੍ਰੇਟਡ ਪੈਂਫਲੇਟ ਆ ਅਸੀਂ ਉਹ ਵੀ ਲਿਆ ਕੇ ਦਿੱਤੇ ਬੱਚਿਆਂ ਨੂੰ ਵੀ ਜਦੋਂ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਵੀ ਚੇਟਕ ਲਾ ਜੇ ਕਿਤਾਬਾਂ ਪੜ੍ਹਨ ਦੀ। ਸਾਡੀ ਕੋਸ਼ਿਸ਼ ਇਹੀ ਹਮੇਸ਼ਾ ਹੁੰਦੀ ਹੈ। ਫਿਰ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਸਮੇਂ ਮੁਤਾਬਕ ਅਸੀਂ ਇਨ ਟੱਚ ਆ, ਜਿਹੜੀ ਲੇਟੈਸਟ ਕਿਤਾਬ ਆਉਂਦੀ ਆ, ਜਿਹੜੀ ਮਿਆਰੀ ਕਿਤਾਬ ਆ, ਉਹ ਅਸੀਂ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਂਦੇ ਹਾਂ। ਅਸੀਂ ਮੇਰਾ ਨਾਮ ਇੰਜੀਨੀਅਰ ਚਰਨਜੀਤ ਸਿੰਘ। ਸਰ, ਜਿਹੜੀ ਇਹ ਲਾਇਬ੍ਰੇਰੀ ਚਲਾਈ ਜਾ ਰਹੀ ਹੈ ਜੀ, ਕਿਸ ਸੰਬੰਧ ਵਿੱਚ ਚਲਾਈ ਜਾ ਰਹੀ ਹੈ? ਇਹ ਤਕਰੀਬਨ ਇਸ ਗੁਰਦੁਆਰਾ ਸਾਹਿਬ ਦੇ ਵਿੱਚ 8-9 ਸਾਲ ਤੋਂ ਇਹ ਲਾਇਬ੍ਰੇਰੀ ਸ਼ੁਰੂ ਕੀਤੀ ਗਈ ਆ। ਇਹ ਨਿਰੰਤਰ ਲਗਾਤਾਰ ਚੱਲੀ ਜਾ ਰਹੀ ਆ। ਤਕਰੀਬਨ 9 ਤੋਂ ਲੈ ਕੇ ਦੁਪਹਿਰ ਦੇ 2 ਵਜੇ ਤਾਈਂ ਇਹ ਲਾਇਬ੍ਰੇਰੀ ਖੁੱਲ੍ਹੀ ਰਹਿੰਦੀ ਆ। ਤੇ ਜਿਹੜੀ ਲਾਇਬ੍ਰੇਰੀ ਹੈਗੀ ਇਹਦੇ ਵਿੱਚ ਕਿਹੜੀਆਂ ਬੁੱਕਸ ਤੁਹਾਡੇ ਕੋਲ ਹੈਗੀਆਂ ਜੀ? ਸਾਡੇ ਕੋਲੇ ਸਾਹਿਤ ਦੀਆਂ ਸਾਰੀਆਂ ਕਿਤਾਬਾਂ ਇਹਦੇ ਵਿੱਚ ਆ ਜੀ। ਸਾਹਿਤ ਦੇ ਵਿੱਚ ਜਿਹੜੀਆਂ ਵੰਨਗੀਆਂ ਵੱਖੋ ਵੱਖਰੀਆਂ, ਜਿਸ ਤਰ੍ਹਾਂ ਨਾਵਲ ਆ, ਕਹਾਣੀ ਆ, ਸ਼ਾਇਰੀ ਆ, ਅਤੇ ਇਸ ਤਰ੍ਹਾਂ ਦੀਆਂ ਸਾਰੀਆਂ ਕਿਤਾਬਾਂ ਇਹਦੇ ਵਿੱਚ ਆ। ਇਸ ਤੋਂ ਬਿਨਾਂ
ਇਹਨਾਂ ਕਿਤਾਬਾਂ ਦੇ ਵਿੱਚ ਸਾਡੇ ਕੋਲ ਰਿਸਰਚ ਦੀਆਂ ਕਿਤਾਬਾਂ ਹੈਗੀਆਂ। ਉਸ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪਟਿਆਲਾ ਯੂਨੀਵਰਸਿਟੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਜਿੰਨੀਆਂ ਮਿਆਰੀ ਕਿਤਾਬਾਂ ਹੈਗੀਆਂ ਪ੍ਰੋਫੈਸਰਾਂ ਦੀਆਂ, ਉਹ ਸਾਡੇ ਕੋਲ ਆ। ਸਰ ਇਹਦੇ ਵਿੱਚ ਜਿਹੜੀ ਬੁੱਕਸ ਕਿਸੇ ਨੇ ਲੈਣੀ ਹੋਵੇ ਤੁਹਾਡੀ ਮੈਂਬਰਸ਼ਿਪ ਦਾ ਕੀ ਰੱਖਿਆ ਗਿਆ ਹੈ ਜੀ? ਸਾਡੇ ਇੱਥੇ ਇੰਤਜ਼ਾਮ ਆ ਜੀ, ਜਿਹੜੀ ਇਹ ਲਾਇਬ੍ਰੇਰੀ ਆ ਇਹ ਹਰਿੰਦਰ ਨਗਰ ਗੁਰਦੁਆਰੇ ਦੇ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਤਕਰੀਬਨ 9-10 ਸਾਲ ਤੋਂ ਚਲਾਈ ਜਾ ਰਹੀ ਆ। ਇਸ ਲਾਇਬ੍ਰੇਰੀ ਦੇ ਵਿੱਚ ਜਿਹੜੇ ਮੈਂਬਰ ਆ ਤਕਰੀਬਨ ਸਾਡੇ ਕੋਲੇ 200 ਦੇ ਲਗਭਗ ਸਾਡੇ ਕੋਲੇ ਮੈਂਬਰ ਆ। ਇਹਦੇ ਵਿੱਚ ਇਸ ਮੈਂਬਰ ਕਿਤਾਬਾਂ ਇਸ਼ੂ ਕਰਨ ਵਾਸਤੇ ਅਸੀਂ ਉਹਨਾਂ ਨੂੰ ਕਾਰਡ ਦਿੰਦੇ ਹਾਂ ਅਤੇ ਮੈਂਬਰਸ਼ਿਪ ਉਹਨਾਂ ਨੂੰ ਇਸ਼ੂ ਕਰ ਦਿੰਦੇ ਹਾਂ। ਉਹ ਘਰੇ ਲਿਜਾ ਕੇ ਆਪਣੀਆਂ ਕਿਤਾਬਾਂ 15 ਦਿਨ ਵਾਸਤੇ ਪੜ੍ਹ ਸਕਦੇ ਆ। 15 ਦਿਨ ਪਿੱਛੋਂ ਜੇਕਰ ਉਹਨੂੰ ਕਿਤਾਬ ਦੀ ਫੇਰ ਜ਼ਰੂਰਤ ਪੈਂਦੀ ਆ, ਅਸੀਂ ਦੁਬਾਰਾ ਰੀ ਇਸ਼ੂ ਕਰ ਦਿੰਦੇ ਹਾਂ। ਮੈਂਬਰਸ਼ਿਪ ਵਾਸਤੇ ਉਹਨਾਂ ਦਾ ਅਸੀਂ ਆਧਾਰ ਕਾਰਡ ਵੀ ਲੈਂਦੇ ਹਾਂ। ਬਾਇਓਡਾਟਾ ਇੱਕ ਸਾਡਾ ਰਜਿਸਟਰ ਕਾਇਮ ਕੀਤਾ ਹੋਇਆ, ਉਹਦੇ ਉੱਪਰ ਲਾਇਬ੍ਰੇਰੀ ਦਾ ਉਹਨਾਂ ਨੂੰ ਜਿਹੜਾ ਮੈਂਬਰਸ਼ਿਪ ਆ ਇਸ਼ੂ ਕਰ ਦਿੰਦੇ ਹਾਂ। ਬੜੇ ਨੋਮੀਨਲ ਚਾਰਜਸ ਜੇ ਅਸੀਂ ਰੱਖੇ ਆ ਇਹਦੇ ਵਿੱਚ, ਸਿਰਫ 100 ਰੁਪਈਆ ਅਸੀਂ ਲੈਂਦੇ ਹਾਂ ਹਮੇਸ਼ਾ ਵਾਸਤੇ, ਅਤੇ ਉਹਨਾਂ ਨੂੰ ਜਿਹੜੀਆਂ ਕਿਤਾਬਾਂ ਲੋੜਵੰਦ ਨੂੰ ਇਸ਼ੂ ਕਰ ਦਿੰਦੇ। ਸਰ ਇਹ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਲਾਇਬ੍ਰੇਰੀ ਹੈਗੀ ਹੈ ਜੀ? ਲਾਇਬ੍ਰੇਰੀ ਇਸ ਤਰ੍ਹਾਂ ਦੇਖਿਆ ਕਿ ਲਾਇਬ੍ਰੇਰੀ ਦੀ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਆ। ਜੋ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ, ਉਹ ਸਾਨੂੰ ਸਮਾਜਿਕ ਤੌਰ 'ਤੇ ਜਿਹੜੀ ਸਮਾਜਿਕ ਜਥੇਬੰਦੀਆਂ ਉਹਨਾਂ ਨੂੰ ਕਰਨਾ ਪੈਂਦਾ। ਤਾਂ ਹੁਣ ਤੱਕ ਇਹ ਵੇਖਿਆ ਗਿਆ ਵੀ ਲਾਇਬ੍ਰੇਰੀ ਜਿਹੜੀਆਂ ਸਰਕਾਰੀ ਤੌਰ 'ਤੇ ਚੱਲਦੀਆਂ, ਉਹ ਤਕਰੀਬਨ ਸਟਾਫ ਨਾ ਹੋਣੇ ਕਰਕੇ ਉਹ ਨਹੀਂ ਚੱਲ ਰਹੀਆਂ। ਲੋੜਵੰਦ ਜਿਨ੍ਹਾਂ ਨੂੰ ਕਿਤਾਬਾਂ ਦੀ ਲੋੜ ਆ, ਅੱਜ ਸਮਾਂ ਐਸਾ, ਸਾਨੂੰ ਸਮੇਂ ਦੇ ਨਾਲ ਚੱਲਣ ਵਾਸਤੇ ਸਾਡਾ ਜਿਹੜਾ ਗਿਆਨ ਆ ਉਹ ਬਰਾਬਰ ਚੱਲਣਾ ਚਾਹੀਦਾ। ਇਹ ਗਿਆਨ ਸਾਨੂੰ ਕਿਤਾਬਾਂ ਤੋਂ ਹੀ ਮਿਲ ਸਕਦਾ, ਕਿਉਂਕਿ ਕਿਤਾਬਾਂ ਇਸ਼ੂ ਕਰਨ ਵਾਸਤੇ ਹੋਰ ਕੋਈ ਸਾਧਨ ਨਹੀਂ ਲਾਇਬ੍ਰੇਰੀ ਤੋਂ ਬਿਨਾਂ। ਜਿਹੜਾ ਕੰਮ ਸਰਕਾਰਾਂ ਕਰ ਸਕਦੀਆਂ ਉਹ ਨਹੀਂ ਕਰਦੀਆਂ, ਉਹ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਹਈਆ ਕੀਤਾ ਵੀ ਪਬਲਿਕ ਨੂੰ ਚੇਟਕ ਲਾ ਕੇ, ਨੌਜਵਾਨਾਂ ਨੂੰ ਚੇਟਕ ਲਾ ਕੇ ਉਹਨਾਂ ਨੂੰ ਜਿਹੜੀ ਦਿਨੋਂ ਦਿਨ ਸਾਡੀ ਸਾਹਿਤਕ ਅਤੇ ਜਾਂ ਹਰ ਫੀਲਡ ਦੇ ਵਿੱਚ ਐਜੂਕੇਸ਼ਨ ਵਧੀ ਜਾ ਰਹੀ ਹੈ, ਗਿਆਨ ਉਹ ਦਿੱਤਾ ਜਾ ਸਕੇ। ਸਰ ਇਹਦੇ ਵਿੱਚ ਕਿਹੜੀਆਂ ਭਾਸ਼ਾਵਾਂ ਦੀਆਂ ਤੁਹਾਡੇ ਕੋਲ ਬੁੱਕਸ ਹੈਗੀਆਂ ਜੀ ਇੱਥੇ? ਸਾਡੇ ਕੋਲੇ ਤਕਰੀਬਨ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ। ਪਹਿਲੀ ਗੱਲ, ਸਾਡੇ ਕੋਲੇ ਇਸ ਲਾਇਬ੍ਰੇਰੀ ਦੇ ਵਿੱਚ ਧਾਰਮਿਕ ਕਿਤਾਬਾਂ, ਧਾਰਮਿਕ ਦੇ ਵਿੱਚ ਸਾਡੇ ਕੋਲੇ ਗੁਰਮੁਖ ਲਿਟਰੇਚਰ ਸਾਰਾ, ਉਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੇ ਨਾਲ ਸਾਡੇ ਕੋਲੇ ਉਹਨਾਂ ਦੇ ਜਿਹੜੇ ਅਰਥ ਕਰਨ ਵਾਸਤੇ ਆ, ਜਿਹੜੇ ਸਟੀਕ ਆ, ਉਹ ਵੀ ਸਾਡੇ ਕੋਲੇ ਆ। ਇਸ ਨੂੰ ਹੋਰ ਗਾਹਾਂ ਵਿੱਦਿਆ ਦੇਣ ਵਾਸਤੇ ਇਸ ਧਾਰਮਿਕ ਤੌਰ 'ਤੇ ਚੰਗੇ ਪ੍ਰੋਫੈਸਰਾਂ ਦੀ ਸਾਡੇ ਕੋਲ ਕਿਤਾਬਾਂ, ਵੀ ਗੁਰਬਾਣੀ ਨੂੰ ਕਿਸ ਤਰ੍ਹਾਂ ਪੜ੍ਹਨਾ, ਗੁਰਬਾਣੀ ਨੂੰ ਸ਼ੁੱਧ ਕਿਸ ਤਰ੍ਹਾਂ ਪੜ੍ਹਨਾ, ਵਿਆਕਰਨ ਨੂੰ ਸਮਝਣ ਵਾਸਤੇ ਉਹ ਸਾਡੇ ਕੋਲ ਕਿਤਾਬਾਂ ਦਾ ਪੂਰਾ ਇੰਤਜ਼ਾਮ ਆ। ਇੱਕ ਤਾਂ ਇਹ ਆ। ਦੂਸਰਾ ਇਹ ਆ ਵੀ ਜਿਹੜੇ ਛੋਟੇ ਲੈਵਲ 'ਤੇ ਜਿਹੜੇ ਗੁਟਕੇ ਆ ਸਾਡੇ ਕੋਲ, ਉਹ ਸਾਡੇ ਕੋਲ ਅਵੇਲੇਬਲ ਹੈਗੇ ਆ, ਸਾਡੇ ਕੋਲ ਪਾਠਕ ਲੈ ਕੇ ਜਾਂਦੇ ਆ। ਇੱਕ ਤਾਂ ਹੈਗਾ ਧਾਰਮਿਕ ਤੌਰ 'ਤੇ ਇਹ। ਦੂਸਰਾ ਇਹ ਆ ਵੀ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜਦੋਂ ਦਾ ਤਿਆਰ ਕੀਤਾ ਗਿਆ, ਉਸ ਮੌਕੇ ਸਾਡੇ ਗੁਰੂ ਸਾਹਿਬਾਨ ਨੇ ਇਹ ਗੁਰਬਾਣੀ ਕਿਸ ਤਰ੍ਹਾਂ ਇਕੱਤਰ ਕੀਤੀ, ਕਿਹੜੀ ਭਾਸ਼ਾ ਦੇ ਵਿੱਚ ਸੀ ਉਸ ਮੌਕੇ, ਉਸ ਭਾਸ਼ਾ ਨੂੰ ਹੁਣ ਦੀ ਜਿਹੜੀ ਗੁਰਬਾਣੀ ਦੀ ਆਪਣੀ ਭਾਸ਼ਾ ਹੈਗੀ ਆ, ਉਹਦੇ 'ਚ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਕਨਵਰਟ ਕੀਤਾ, ਉਹ ਸਾਰਾ ਸਾਡੇ ਹਵਾਲਾ। ਈਵਨ ਸਾਡੇ ਕੋਲ ਇੱਥੋਂ ਤੱਕ ਇਹਦਾ ਇੰਤਜ਼ਾਮ ਹੈ ਵੀ ਪੁਰਾਣੇ ਤੋਂ ਪੁਰਾਣੇ ਸਮੇਂ ਜੋ ਸਾਡੇ ਕੋਲ ਉਸ ਮੌਕੇ ਦੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਲਿਖਤਾਂ ਸੀਗੀਆਂ, ਜਿਹੜੀਆਂ ਕਿ ਉਸ ਮੌਕੇ ਕਿਤੇ ਪਾਸੇ ਅਵੇਲੇਬਲ ਨਹੀਂ ਸੀਗੀਆਂ, ਉਹ ਸਾਡੇ ਕੋਲ ਉਹਨਾਂ ਦੇ ਉਤਾਰੇ ਸਾਡੇ ਕੋਲ ਅਜੇ ਤੱਕ ਜਿਹੜੇ ਆਸੇ-ਪਾਸੇ ਕਿਤੋਂ ਨਹੀਂ ਮਿਲਦੇਗੇ। ਅੱਛਾ, ਇਸ ਤੋਂ ਬਿਨਾਂ ਆਮ ਲੋਕਾਂ ਦੀ ਸਧਾਰਨ ਤੌਰ 'ਤੇ ਮੁੱਢਲੀ ਜਾਣਕਾਰੀ ਵਾਸਤੇ ਜੋ ਮੈਡੀਕਲ ਦੀਆਂ ਕਿਤਾਬਾਂ ਮੁੱਢਲੇ ਤੌਰ 'ਤੇ ਸਾਡੇ ਜੀਵਨ ਵਾਸਤੇ ਚਾਹੀਦੀਆਂ, ਉਹ ਸਾਡੇ ਕੋਲ ਸਾਰੀਆਂ ਚੰਗੇ ਜਿਹੜੇ ਮੈਡੀਕਲ ਡਾਕਟਰ ਆ, ਉਹਨਾਂ ਦੀਆਂ ਕਿਤਾਬਾਂ ਸਾਡੇ ਕੋਲ ਅਵੇਲੇਬਲ ਆ। ਇੱਥੋਂ ਤੱਕ ਬੱਚਿਆਂ ਵਾਸਤੇ, ਬੱਚਿਆਂ ਦੀ ਸਾਂਭ ਸੰਭਾਲ ਵਾਸਤੇ ਜਿਹੜੀਆਂ ਮੈਡੀਕਲ ਦੀਆਂ ਕਿਤਾਬਾਂ ਉਹ ਵੀ ਆ। ਇਸ ਤੋਂ ਬਿਨਾਂ ਜਿਹੜੀ ਸਾਹਿਤਕ ਕਿਤਾਬਾਂ, ਇਸ ਤੋਂ ਬਿਨਾਂ ਜਿਹੜੀਆਂ ਸਾਡੇ ਵਾਸਤੇ ਬਹੁਤ ਸਾਰੇ ਵਿਦਿਆਰਥੀ ਐਸੇ ਹੈਗੇ ਆ, ਕਿਉਂਕਿ ਕਿਤਾਬਾਂ ਬਹੁਤ ਮਹਿੰਗੀਆਂ, ਉਹ ਰਿਸਰਚ ਕਰਨਾ ਚਾਹੁੰਦੇ ਆ, ਕਿਉਂਕਿ ਰਿਸਰਚ ਦੇ ਵਿੱਚ ਆਸੇ-ਪਾਸੇ
ਜੋ ਸਰਕਾਰ ਨੇ ਇੰਤਜ਼ਾਮ ਕਰਨਾ ਉਹ ਕਿਤਾਬਾਂ ਨਹੀਂ ਮਿਲਦੀਆਂ, ਪਰ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿੰਦਰ ਨਗਰ ਦੇ ਵਿੱਚ ਇਹ ਸਾਰਾ ਇੰਤਜ਼ਾਮ ਆ। ਸਾਡੇ ਕੋਲੇ ਤਕਰੀਬਨ 4-5 ਕੈਂਡੀਡੇਟ ਐਸੇ ਆ ਜਿਹੜੇ MPhil ਤੇ PhD ਕਰਦੇ ਆ, ਉਹ ਕਿਤਾਬਾਂ ਸਾਡੇ ਕੋਲੋਂ ਲੈ ਕੇ ਜਾਂਦੇ ਆ। ਸਰ ਹੁਣ ਜਿਹੜਾ ਹੈਗਾ ਸ਼ਹਿਰ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਅਸੀਂ ਸ਼ਹਿਰ ਵਾਸੀਆਂ ਨੂੰ ਇਹ ਦੇਣਾ ਚਾਹੁੰਦੇ ਵੀ ਅੱਜ ਸਮਾਂ ਜਿਹੜਾ ਹੈ ਉਹ ਬੜਾ ਗਿਆਨ ਦਿਨੋਂ ਦਿਨ ਵਧੀ ਜਾਂਦਾ। ਸਾਨੂੰ ਸਮੇਂ ਦੇ ਨਾਲ ਚੱਲਣ ਵਾਸਤੇ ਜੋ ਸਮੇਂ ਦੇ ਮੁਤਾਬਕ ਤਬਦੀਲੀਆਂ ਆਉਂਦੀਆਂ ਉਹ ਸਾਨੂੰ ਕਿਤਾਬਾਂ ਤੋਂ ਮਿਲ ਸਕਦੀਆਂ। ਅੱਜ ਬੇਸ਼ੱਕ ਕੰਪਿਊਟਰ ਦਾ ਯੁੱਗ ਹੋ ਗਿਆ, ਮੋਬਾਈਲਾਂ ਦਾ ਯੁੱਗ ਹੋ ਗਿਆ, ਪਰ ਸਾਨੂੰ ਜਿਹੜਾ ਅਸਲੀ ਗਿਆਨ ਆ, ਜੋ ਟੈਕਸਟ ਬੁੱਕਸ ਹੈਗਾ, ਉਹ ਸਾਨੂੰ ਇਹਨਾਂ ਕਿਤਾਬਾਂ ਤੋਂ ਹੀ ਮਿਲ ਸਕਦਾ। ਇਹ ਕਿਤਾਬਾਂ ਦਾ ਜਿਹੜਾ ਸਾਧਨ ਆ ਸਿਰਫ ਇੱਕ ਲਾਇਬ੍ਰੇਰੀਆਂ ਹੀ ਹੈ। ਮੇਰਾ ਨਾਮ ਅਮਨਪ੍ਰੀਤ ਸਿੰਘ ਹੈ। ਇਹ ਜਿਹੜੀ ਆਪਣੀ ਲਾਇਬ੍ਰੇਰੀ ਖੋਲੀ ਗਈ ਕਿਸ ਮਕਸਦ ਨਾਲ ਖੋਲੀ ਗਈ ਹੈ ਜੀ? ਕੀ ਇਹਦਾ ਮੇਨ ਮਹੱਤਵ ਹੈ? ਦੇਖੋ ਜੀ, ਲਾਇਬ੍ਰੇਰੀ ਜਦੋਂ ਖੋਲ੍ਹੀ ਗਈ ਆ ਅੱਜ ਤੋਂ ਤਕਰੀਬਨ 10 ਕੁ ਸਾਲ ਪਹਿਲਾਂ ਸਾਡੇ ਸਰਦਾਰ ਬਲਵਿੰਦਰ ਸਿੰਘ ਸੰਧੂ ਸਾਡੇ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਬਣੇ ਸੀ। ਮੈਂ ਵੀ ਨਾਲ ਕਮੇਟੀ 'ਚ ਸ਼ਾਮਲ ਸੀ। ਉਦੋਂ ਸਾਡਾ ਤਾਂ ਮੇਨ ਮਕਸਦ ਸੀਗਾ ਵੀ ਅਸੀਂ ਆਮ ਗੁਰਦੁਆਰਿਆਂ 'ਚ ਸਿਰਫ SGPC ਵੱਲੋਂ ਦਿੱਤੇ ਗਏ ਮੈਗਜ਼ੀਨ ਹੀ ਪਏ ਦੇਖਦੇ ਹੁੰਦੇ ਸੀ, ਗੁਰਮਤਿ ਪ੍ਰਕਾਸ਼ ਜਾਂ ਸਿੱਖ ਫਲਵਾੜੀ ਜਾਂ ਕੋਈ ਹੋਰ ਹੈ। ਸਾਡਾ ਇੱਕ ਮਕਸਦ ਸੀਗਾ ਵੀ ਆਪਾਂ ਇੱਕ ਟੌਪ ਦੀ ਲਾਇਬ੍ਰੇਰੀ ਖੋਲ੍ਹੀ ਜਾਵੇ ਜਿਹੜੀ ਕਿ ਹਰੇਕ ਤਰ੍ਹਾਂ ਦੀ ਕਿਤਾਬ ਤੁਹਾਡੀ ਲਾਇਬ੍ਰੇਰੀ 'ਚ ਮੌਜੂਦ ਹੋਵੇ। ਕਿਉਂਕਿ ਮੈਂ ਇੱਕ ਤੁਹਾਨੂੰ ਗੱਲ ਸਾਂਝੀ ਕਰਨਾ ਚਾਹੁੰਦੇ ਹਾਂ, ਅਸੀਂ ਇੱਕ 1984 'ਚ ਸਿੱਖ ਰੈਫਰੈਂਸ ਲਾਇਬ੍ਰੇਰੀ ਚੱਕੀ ਸੀਗੀ ਇੰਡੀਅਨ ਗੌਰਮੈਂਟ ਨੇ। ਉਹਦਾ ਮੇਨ ਮਕਸਦ ਸੀਗਾ ਵੀ ਜਿਹੜੀ ਉਹ ਲਾਇਬ੍ਰੇਰੀ ਚੱਕੀ ਗਈ ਹੈ ਵੀ ਜਾਂ ਚੱਕੀ ਉਹਨਾਂ ਨੇ, ਉਹਦਾ ਸੀਗਾ ਵੀ ਸਿੱਖ ਇਤਿਹਾਸ ਨਾਲੋਂ ਇਹਨੂੰ ਕੌਮ ਨੂੰ ਤੋੜ ਲਓ। ਵੇਖੋ, ਇੱਕ ਰਾਈਟਰ ਦਾ ਮੈਨੂੰ ਨਾਮ ਨਹੀਂ ਯਾਦ, ਇੰਗਲਿਸ਼ ਰਾਈਟਰ ਨੇ ਲਿਖਿਆ ਸੀਗਾ ਵੀ ਜੇ ਕਿਸੇ ਕੌਮ ਨੂੰ ਮਾਰਨਾ ਹੋਵੇ ਜਾਂ ਖ਼ਤਮ ਕਰਨਾ ਹੋਵੇ, ਪਹਿਲਾਂ ਉਹਦਾ ਇਤਿਹਾਸ ਤੇ ਉਹਦੀਆਂ ਕਿਤਾਬਾਂ ਖ਼ਤਮ ਕਰ ਦਿਓ, ਕੌਮ ਆਪਦੀ ਆਪ ਹੀ ਮਰ ਜੂਗੀ। ਸਾਡਾ ਉਦੋਂ ਅੰਕਲ ਇਸ ਗੱਲੋਂ ਬੜੇ ਪੁਸ਼ਿੰਗ ਸੀ ਜੀ। ਅਸੀਂ ਇਹਨਾਂ ਨਾਲ ਗੱਲ ਕੀਤੀ, ਇਹ ਕਹਿੰਦੇ ਵੀ ਹਾਂ ਲਾਇਬ੍ਰੇਰੀ ਆਪਾਂ ਜ਼ਰੂਰ ਸ਼ੁਰੂ ਕਰਨੀ ਚਾਹੀਦੀ ਹੈ। ਸਾਡੇ ਕੋਲ ਠੀਕ ਹੈ ਗੁਰਦੁਆਰਾ ਸਾਹਿਬ ਦੇ ਸੀਮਤ ਸਾਧਨ ਹੈ ਕਮਾਈ ਵਾਸਤੇ। ਦੇਖਣ ਨੂੰ ਹਰੇਕ ਕਹਿੰਦਾ ਵੀ ਗੁਰਦੁਆਰੇ ਬਿਲਡਿੰਗ ਬੜੀ ਸੋਹਣੀ ਹੈ, ਪਰ ਸਾਡੇ ਕੋਲ ਇੱਕ ਗੋਲਕ ਦਾ ਹੀ ਇਹਦਾ ਜ਼ਰੀਆ ਹੈ ਕਮਾਈ ਦਾ, ਜਿਹਦੇ ਵਿੱਚ ਅਸੀਂ ਸਾਰਿਆਂ ਖਰਚੇ ਕੱਢਣੇ ਹੁੰਦੇ, ਤਨਖਾਹਾਂ ਵੀ ਹੈ। ਸਾਡੇ ਲਾਇਬ੍ਰੇਰੀ ਦਾ ਇੱਕ ਫੰਡ ਅਸੀਂ ਇੱਕ 'ਚ ਨੋਮੀਨਲ ਜਿਹਾ ਕਰ ਲਿਆ ਵੀ ਆਪਾਂ ਇੰਨੇ ਕੁ ਪੈਸੇ ਮਹੀਨੇ ਦੇ ਇੱਕ ਲਾਇਬ੍ਰੇਰੀ ਦੀ ਕਿਤਾਬਾਂ ਖਰੀਦਣ ਵਾਸਤੇ ਲਾਇਆ ਕਰਨੇ ਆ। ਪਹਿਲੀ ਵਾਰ ਅਸੀਂ ਜਦੋਂ ਕਿਤਾਬਾਂ ਖਰੀਦਣ ਗਏ, ਅੰਕਲ ਸੀ ਸਰਦਾਰ ਬਲਵਿੰਦਰ ਸਿੰਘ, ਸਰਦਾਰ ਅੰਕਲ ਚਰਨਜੀਤ ਸਿੰਘ, ਅਸੀਂ ਅੰਮ੍ਰਿਤਸਰ ਸਿੰਘ ਬ੍ਰਦਰਸ ਅਤੇ ਇੱਕ ਹੋਰ ਬੜਾ ਨਾਮਵਰ ਪਬਲਿਸ਼ਰ ਆ ਉਹਨਾਂ ਕੋਲ ਕਿਤਾਬਾਂ ਖਰੀਦਣ ਗਏ ਅਸੀਂ, ਅਤੇ ਅਸੀਂ ਉਹਨਾਂ ਕੋਲ ਕਿਤਾਬਾਂ ਲੈ ਕੇ ਆਏ। ਸਾਨੂੰ ਬੜਾ ਖੁਸ਼ੀ ਮਹਿਸੂਸ ਹੋਈ। ਇੱਕ ਬਾਕਸ 'ਚ ਲੈ ਕੇ ਆਏ ਅਸੀਂ ਪਾ ਕੇ। ਉਦੋਂ ਬਾਅਦ ਸਾਡਾ ਇਹੋ ਜਿਹਾ ਇਹਦਾ ਸਿਸਟਮ ਸਾਡਾ ਵੱਧਦਾ ਗਿਆ। ਅੱਜ ਅਸੀਂ ਇਹਦੇ ਤਕਰੀਬਨ 2500-3000 ਕਿਤਾਬ ਸਾਡੀ ਬੁੱਕ ਲਾਇਬ੍ਰੇਰੀ ਦਾ ਸ਼ਿੰਗਾਰ ਬਣ ਗਈ ਅੱਜ। ਅਤੇ ਸਾਡੀ ਕੋਸ਼ਿਸ਼ ਹੈ ਵੀ ਅਸੀਂ ਨਾ ਇਹ ਲਾਇਬ੍ਰੇਰੀ 'ਚ ਇੱਕ ਸਟੱਡੀ ਟੇਬਲ ਲਾ ਕੇ ਇੱਕ ਨੂੰ ਡਿਸਟ੍ਰਿਕਟ ਲਾਇਬ੍ਰੇਰੀ ਦੇ ਪੈਰਲਲ ਲਾਇਬ੍ਰੇਰੀ ਖੜੀ ਕਰਕੇ ਅਸੀਂ ਆਪਣਾ ਪਾਠਕਾਂ ਨੂੰ ਦੇਣਾ ਚਾਹੁੰਦੇ ਹਾਂ ਵੀ ਇੱਥੇ ਬੈਠ ਕੇ ਹਰੇਕ ਪੱਖੋਂ ਵੇਖੋ, ਕਿਸੇ ਨੇ ਰਿਟਾਇਰੀ ਬੰਦੇ ਨੂੰ ਟਾਈਮ ਪਾਸ ਕਰਨਾ ਹੈ, ਕਿਸੇ ਵਿਹਲੇ ਬੰਦੇ ਨੂੰ ਟਾਈਮ ਪਾਸ ਕਰਨਾ ਹੈ, ਉਹ ਟਾਈਮ ਪਾਸ ਕਰਨ ਦਾ ਵਧੀਆ ਜ਼ਰੀਆ ਬਣ ਸਕੇ। ਸਰ ਇਹ ਜਿਹੜੀ ਇਹਨਾਂ ਦੀ ਬੁੱਕਸ ਦੀ ਜਿਹੜੀ ਕੀਮਤ ਹੈਗੀ ਆ ਉਹ ਫਿਰ ਕਿਸ ਤਰ੍ਹਾਂ ਪੇ ਕੀਤੀ ਜਾ ਰਹੀ ਹੈ ਜੀ? ਬੁੱਕਸ ਦੀ ਕੀਮਤ ਹੈ ਜੀ, ਦੇਖੋ ਜੇ ਤਾਂ ਸਾਡੇ ਕੋਲੇ ਕੋਈ 1000-2000 ਦੀ ਫਿਰ ਤਾਂ ਅਸੀਂ ਕੈਸ਼ ਦੇ ਦਿੰਦੇ ਹਾਂ ਜੀ। ਜਿਹੜੀ ਸਾਡੀ ਉੱਤੋਂ ਪੇਮੈਂਟ ਵੱਧਦੀ ਅਸੀਂ ਬਾਏ ਦਿੰਦੇ ਹਾਂ ਜੀ, ਉਹ ਚੈੱਕ ਬਾਏ ਚੈੱਕ ਦਿੰਦੇ ਅਸੀਂ ਪੇਮੈਂਟ। ਉਹਦੇ ਬਿੱਲ ਲੈਂਦੇ ਅਸੀਂ, ਬਿੱਲ ਲੈ ਕੇ ਸਾਡੀ ਉਹ ਰਜਿਸਟਰ ਚੜ੍ਹ ਜਾਂਦਾ ਹੈ। ਉਦੋਂ ਬਾਅਦ ਉਹ ਸਾਡਾ ਰੈਫਰੈਂਸ ਨੰਬਰ ਲਾ ਕੇ ਸਾਡੇ ਖਜ਼ਾਨਚੀ ਸਾਹਿਬ ਕੋਲ ਚਲਾ ਜਾਂਦਾ ਹੈ। ਉਦੋਂ ਬਾਅਦ ਸਾਡੇ ਕ੍ਰਾਸ ਚੈੱਕ ਸਾਈਨ ਹੋ ਕੇ ਫਿਰ ਉਹ ਪੇਮੈਂਟ ਰਿਲੀਜ਼ ਕੀਤੀ ਜਾਂਦੀ ਹੈ। ਸਾਡੀ ਅੱਜ ਤੋਂ ਜਿਹੜੀ 8 ਸਾਲ ਜਾਂ 7 ਸਾਲ ਪਹਿਲਾਂ ਕਿਤਾਬ ਵੀ ਖਰੀਦੀ ਹੋਈ ਆ, ਅਸੀਂ ਤੁਹਾਨੂੰ ਬਿੱਲ ਕੱਢ ਕੇ ਦੱਸ ਸਕਦੇ ਹਾਂ ਸਾਡੇ ਕੋਲ ਆਹ ਕਿਤਾਬ ਇੰਨੇ ਦੀ ਸੀ, ਇਹ ਪਬਲਿਸ਼ਰ ਤੋਂ ਖਰੀਦੀ ਹੋਈ ਹੈ। ਇਸ ਕਰਕੇ ਬੜਾ ਟਰਾਂਸਪੇਰੈਂਟ ਸਿਸਟਮ ਹੈ ਜੀ ਇਹ। ਨਹੀਂ ਸਰ, ਇਹਦੇ ਵਿੱਚ ਜਿਹੜੀ ਹੈਗੀ ਜਿਹੜੀ ਪੇਮੈਂਟ ਜਿਹੜੀ ਆਪਾਂ ਇਕੱਠੀ ਕਰਦੇ ਹਾਂ ਉਹ ਕਿਸ ਸੋਰਸਾਂ ਨਾਲ ਇਕੱਠੀ ਕੀਤੀ ਜਾਂਦੀ ਹੈ? ਉਹ ਜਿਹੜੀ ਪੇਮੈਂਟ ਇਕੱਠੀ ਹੈ ਸਾਡੇ ਕੋਲ ਗੋਲਕ 'ਚ ਆਈ, ਜੋ ਸੰਗਤ ਦੀ ਤਿਲਫੁਲ ਆਈ ਹੁੰਦੀ ਹੈ, ਅਸੀਂ ਉਸ ਨੂੰ ਪ੍ਰੋਪਰ ਮੈਨੇਜ ਕਰਦੇ ਹਾਂ। ਉਹਦੇ 'ਚੋਂ ਕੁਛ ਨਾ ਕੁਛ ਬਜਟ ਕੱਢ ਕੇ ਅਸੀਂ ਲਾਇਬ੍ਰੇਰੀ 'ਚ ਡਿਵਰਟ ਕਰਦੇ ਹਾਂ। ਇਹ ਲਾਇਬ੍ਰੇਰੀ ਖੋਲ੍ਹਣ ਦਾ ਮੇਨ ਮਕਸਦ ਤਾਂ ਇਹ ਸੀਗਾ ਵੀ ਜਿਹੜੇ ਸਾਡੇ ਆ ਨੌਜਵਾਨ ਪੀੜ੍ਹੀ ਆ, ਇਹਦੀ ਯੰਗ ਬਲੱਡ ਹੈ, ਉਹ ਨਸ਼ਿਆਂ ਦੀ ਦਲਦਲ ਵਿੱਚ ਤੁਰਿਆ ਜਾ ਰਿਹਾ। ਕਿਤਾਬਾਂ ਪੜ੍ਹਨ ਦਾ ਨਾ ਕਿਸੇ ਕੋਲ ਰੁਚੀ ਹੈ, ਨਾ ਕਿਸੇ ਕੋਲ ਕੋਈ ਆਪਸ਼ਨ ਹੈ। ਇਹ ਮੇਨ ਮਕਸਦ ਸਾਡਾ ਇਹੀ ਸੀਗਾ ਵੀ ਅਸੀਂ ਬੱਚਿਆਂ ਨੂੰ ਧਰਮ ਵਾਲੇ ਪਾਸੇ ਮੋੜ ਲਈਏ, ਕੁਛ ਕਿਤਾਬਾਂ ਪੜ੍ਹਨ ਦੀ ਰੁਚੀ ਬਣ ਜੇ। ਸਾਡੇ ਕੋਲ +1 +2 ਦੀਆਂ ਬੁੱਕਸ ਦੇਈ ਜਾਂਦੇ ਸਟੂਡੈਂਟਸ, ਅਸੀਂ ਉਹ ਫ੍ਰੀ ਆਫ ਜੋ ਕਿਸੇ ਨੂੰ ਚਾਹੀਦੀਆਂ ਲੈ ਜਾਂਦਾ ਹੈ, ਪੜ੍ਹ ਕੇ ਸਾਨੂੰ ਵਾਪਸ ਦੇ ਜਾਂਦਾ ਹੈ। ਸਾਡਾ ਉਹ ਵੀ ਨਾਲ ਇੱਕ ਇਹਦੇ ਸ਼ੁਰੂ ਕੀਤਾ ਹੋਇਆ ਹੈ। ਇਸ ਕਰਕੇ ਸਾਡਾ ਮੇਨ ਮੋਟਿਵ ਇਹੀ ਹੈ ਵੀ ਜੋ ਗਰੀਬ ਤਬਕਾ, ਜੋ ਗਰੀਬ ਭਰਾ ਸਾਡੇ +1 +2 ਦੀਆਂ ਕਿਤਾਬਾਂ ਬੜੀਆਂ ਮਹਿੰਗੀਆਂ ਸਾਇੰਸ ਸਬਜੈਕਟਸ ਦੀਆਂ, ਅਸੀਂ ਉਹ ਵੀ ਨਾਲ ਇਹਨਾਂ ਨੂੰ ਪ੍ਰੋਵਾਈਡ ਕਰ ਦਿੰਦੇ ਹਾਂ। ਸਰ ਹੁਣ ਸ਼ਹਿਰ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਸ਼ਹਿਰ ਨਿਵਾਸੀਆਂ ਨੂੰ ਇਹੀ ਮੈਸੇਜ ਹੈ ਵੀ ਜੋ ਤੁਹਾਡਾ ਲਿਟਰੇਚਰ ਹੈ, ਜੋ ਤੁਹਾਡਾ ਕਿਤਾਬਾਂ ਹੈ, ਇਹ ਨਾਲ ਜੁੜ ਕੇ ਰਵਾਂਗੇ ਤਾਂ ਆਪਾਂ ਦੀਆਂ ਜੜ੍ਹਾਂ ਨਾਲ ਜੁੜੇ ਰਵਾਂਗੇ। ਨਹੀਂ ਤਾਂ ਮੋਬਾਈਲ ਦਾ ਯੁੱਗ ਆ ਗਿਆ, ਸੋਸ਼ਲ ਮੀਡੀਆ ਦਾ ਆ ਗਿਆ, ਕਿਤਾਬ ਤਾਂ ਮੇਰੇ ਖਿਆਲ 'ਚ ਕਿਸੇ ਦੇ ਘਰ ਦੀ ਹੁਣ ਅਲਮਾਰੀ ਦਾ ਸ਼ਿੰਗਾਰ ਨਹੀਂ ਰਹੇਗੀ।
ਇਹਦਾ ਇਹੀ ਹੈ ਵੀ ਆਪਾਂ ਵਾਪਸ ਮੁੜੇਗੇ ਅਤੇ ਕਿਤਾਬਾਂ ਵਾਲੇ ਪਾਸੇ ਰੁਚੀ ਥੋੜ੍ਹੀ ਜਿਹੀ ਵੱਧ ਜਾਵੇ ਤਾਂ ਮੇਰੇ ਖਿਆਲ 'ਚ ਆ ਵੀ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਉਹ ਠੀਕ ਰਸਤੇ 'ਤੇ ਆ ਸਕਦੀ ਹੈ। ਸਰ ਜਿਹੜੀ ਇੱਕ ਆਪਾਂ ਬੁੱਕਸ ਪੜ੍ਹਦੇ ਹੈਗੇ, ਦੇਖਣ ਨੂੰ ਤੁਹਾਡਾ ਵੀ ਲੱਗ ਰਿਹਾ ਹੈਗਾ ਵੀ ਤੁਸੀਂ ਵੀ ਜਿਹੜੇ ਹੈਗੇ ਬਹੁਤ ਬੁੱਕਸ ਪੜ੍ਹਦੇ ਹੋਵੋਗੇ। ਇਹਦੇ ਵਿੱਚ ਜਿਹੜਾ ਹੈਗਾ ਕਿਤਾਬਾਂ ਪੜ੍ਹਨ ਨਾਲ ਕੀ ਮਿਲਦਾ ਕੀ ਆ, ਕੀ ਉਹਦੇ ਵਿੱਚ ਸੁਨੇਹਾ ਕੀ ਦਿੱਤਾ ਜਾਂਦਾ, ਕੀ ਉਹਦੇ ਵਿੱਚ ਕਹਾਣੀ ਹੁੰਦੀ ਹੈ? ਜਿਹੜਾ ਕਿਤਾਬਾਂ ਪੜ੍ਹਨ ਦਾ ਮੈਂ ਤੁਹਾਨੂੰ ਦੱਸਦਾ ਜੀ, ਲੋਕਡਾਊਨ ਨੇ ਜਿਹੜਾ 2 ਸਾਲ ਲੱਗਿਆ, ਲੋਕਡਾਊਨ ਨੇ ਬੜਾ ਕੁਛ ਸਿਖਾਇਆ। ਲੋਕਡਾਊਨ 'ਚ ਅਸੀਂ ਵੀ ਮੈਂ ਠੀਕ ਹੈ ਪੜ੍ਹੀ ਸੀ ਕਿਤਾਬ ਅੱਗੇ, ਪਰ ਲੋਕਡਾਊਨ ਜੋ ਵਿਹਲਾ ਸਮਾਂ ਕਿਤਾਬਾਂ ਨਾਲ ਬਿਤਾਇਆ ਉਹਨੇ ਬੜਾ ਕੁਛ ਸਿਖਾਇਆ ਜੀ। ਕਿਤਾਬਾਂ ਨਾਲ ਇੱਕ ਤਾਂ ਤੁਹਾਡਾ ਜਿਹੜਾ ਪਿਛਲਾ ਪਿਛੋਕੜ ਹੈ ਸਾਡਾ, ਜੋ ਸਾਡਾ ਸਿੱਖ ਇਤਿਹਾਸ ਤੋਂ ਲੈ ਕੇ ਪਾਕਿਸਤਾਨ ਦੀ ਵੰਡ ਹੈ, 1984 ਹੈ, ਜਾਂ ਸਾਰਾ ਕੁਛ ਬੜਾ ਇੱਕ ਸ਼ੀਸ਼ੇ ਵਾਂਗ ਤੁਹਾਡੇ ਸਾਹਮਣੇ ਕਲੀਅਰ ਹੋ ਜਾਂਦਾ ਵੀ ਕੀ ਐਕਚੁਅਲ ਰਿਐਲਿਟੀ ਸੀ ਅਤੇ ਕੀ ਸਾਨੂੰ ਦਿਖਾਇਆ ਗਿਆ। ਤੁਹਾਨੂੰ ਆਪਦੇ ਹੱਕਾਂ ਬਾਰੇ ਪਤਾ ਲੱਗਦਾ ਵੀ ਸਾਡੇ ਕੀ ਹੱਕ ਅਤੇ ਸਰਕਾਰਾਂ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਹੀਆਂ। ਇਹ ਕਿਤਾਬਾਂ ਇੱਕ ਬੜੀ ਵਧੀਆ ਸੇਧ ਹੈ ਜੋ ਨਾ ਕੋਈ ਦੱਸ ਸਕਦਾ ਹੈ, ਨਾ ਕਿਸੇ ਤੋਂ ਆਪਾਂ ਸੁਣ ਕੇ ਆਪਾਂ ਉਹ 'ਤੇ ਅਮਲ ਕਰ ਸਕਦੇ ਹਾਂ। ਇੱਕ ਸਿਰਫ ਕਿਤਾਬ ਦਾ ਇੱਕ ਜ਼ਰੀਆ ਹੈ ਵੀ ਜਿਹੜਾ ਤੁਸੀਂ ਉਹ 'ਤੇ ਅਮਲ ਕਰ ਸਕਦੇ ਹੋ ਪੜ੍ਹ ਕੇ। ਤੇ ਇਹ ਸਰ ਇੱਕ ਜਿਹੜਾ ਮੋਬਾਈਲ ਦੇ ਉੱਪਰ ਗੂਗਲ ਦੇ ਵਿੱਚ ਆਪਾਂ ਕੋਈ ਸਰਚ ਮਾਰ ਦਈਏ ਉਹਦੇ ਵਿੱਚ ਹੀ ਸਭ ਕੁਝ ਹੀ ਨਜ਼ਰ ਆ ਜਾਂਦਾ, ਤੇ ਕੀ ਕਹਿਣਾ ਚਾਹੋਗੇ ਉਹਦੇ ਵਿੱਚ? ਵੇਖੋ ਜੀ, ਜਿਹੜਾ ਗੂਗਲ ਜਾਂ ਮੋਬਾਈਲ 'ਤੇ ਜੋ ਲਿਖਿਆ ਗਿਆ ਜਾਂਦਾ, ਜੋ ਜਾਂ ਪੜ੍ਹਿਆ ਜਾਂਦਾ, ਜੋ ਅਪਲੋਡ ਕੀਤਾ ਜਾਂਦਾ ਹੈ, ਉਹ 100% ਤੁਸੀਂ ਉਹਨੂੰ ਐਕੂਰੇਟ ਨਹੀਂ ਗਿਣ ਸਕਦੇ, ਕਿਉਂਕਿ ਉਹਦੇ ਪਿੱਛੇ ਕੋਈ ਰੈਫਰੈਂਸ ਨਹੀਂ ਗਾ, ਕੋਈ ਬੰਦਾ ਉਹਦਾ ਰਿਸਪੌਂਸੀਬਲ ਨਹੀਂ ਗਾ। ਜਿਹੜੀ ਤੁਸੀਂ ਕਿਤਾਬ ਪੜ੍ਹਦੇ ਆ ਕਿਸੇ ਰਾਈਟਰ 'ਤੇ ਲਿਖੀ ਗਈ ਹੈ, ਉਹ ਜੋ ਕਿ ਰਾਈਟਰ ਉਸ ਫੈਕਟਸ ਬਾਰੇ ਰਿਸਪੌਂਸੀਬਲ ਹੁੰਦਾ, ਉਹਨੇ ਰਿਸਰਚ ਕਰਕੇ ਪ੍ਰੋਪਰ ਲਿਖਿਆ ਹੁੰਦਾ। ਜਿਹੜੀ ਕਿਤਾਬ ਹੈ ਉਹ ਠੀਕ ਹੈ, ਗੂਗਲ ਨੇ ਬੜਾ ਕੁਛ ਦਿੱਤਾ, ਬੜਾ ਕੁਛ ਗੂਗਲ 'ਤੇ ਪਿਆ, ਪਰ ਜਿਹੜੀ ਕਿਤਾਬ ਹੈ ਉਹ ਗੂਗਲ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਇਸ ਕਰਕੇ ਬੁੱਕਸ ਦਾ ਫੈਕਟਸ ਮੇਰੇ ਹਿਸਾਬ ਨਾਲ ਜ਼ਿਆਦਾ ਅਸਰਦਾਰ ਹੈ। ਸਰ ਕੀ ਨਾਮ ਹੈ ਜੀ ਤੁਹਾਡਾ, ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ? ਬਲਵਿੰਦਰ ਸਿੰਘ ਸੰਧੂ ਮੇਰਾ ਨਾਮ ਹੈ ਜੀ। ਇਹ ਲਾਇਬ੍ਰੇਰੀ ਜਿਹੜੀ 2011 ਵਿੱਚ ਸ਼ੁਰੂ ਕੀਤੀ ਗਈ ਸੀ। ਪਹਿਲਾਂ ਇਸ ਗੁਰਦੁਆਰਾ ਸਾਹਿਬ 'ਚ ਕਿਤਾਬਾਂ ਸੀਗੀਆਂ, ਪਰ ਉਹਦਾ ਕੋਈ ਵਾਲੀ ਵਾਰਸ ਨਹੀਂ ਸੀਗਾ। ਇਸ ਕਰਕੇ ਉਹ ਜੋ ਲੈ ਜਾਂਦਾ ਸੀ ਉਹ ਵਾਪਸ ਨਹੀਂ ਕਰਦਾ ਜਾਂ ਫਿਰ ਉਹ ਮਤਲਬ ਵੀ ਘਰ ਹੀ ਰੱਖ ਲੈਂਦਾ ਸੀਗਾ। ਇਸ ਨਾਲ ਜਿਹੜਾ ਵੀ ਲਾਇਬ੍ਰੇਰੀ ਦਾ ਕੋਈ ਵਾਲੀ ਵਾਰਸ ਨਹੀਂ ਸੀਗਾ। ਹੁਣ 2011 ਵਿੱਚ ਜਦੋਂ ਮੈਂ ਮੁੱਖ ਸੇਵਾਦਾਰ ਦਾ ਸੇਵਾ ਸੰਭਾਲੀ ਤਾਂ ਅਸੀਂ ਫੈਸਲਾ ਕੀਤਾ ਕਮੇਟੀ ਨਾਲ ਕਿ ਆਪਾਂ ਲਾਇਬ੍ਰੇਰੀ ਨੂੰ ਕੋਈ ਸਿਸਟਮੈਟਿਕ ਢੰਗ ਨਾਲ ਚਲਾਇਆ ਜਾਵੇ। ਉਹ ਸਿਸਟਮੈਟਿਕ ਢੰਗ ਨਾਲ ਸਰ ਚਰਨਜੀਤ ਸਿੰਘ ਨੇ ਇਸ 'ਤੇ ਸੇਵਾ ਸੰਭਾਲਣ, ਲਾਇਬ੍ਰੇਰੀ ਦੀ ਸੇਵਾ ਸੰਭਾਲਣ ਦਾ ਮੁੱਖ ਕੰਮ ਸ਼ੁਰੂ ਮੰਨਿਆ, ਜਿਸ ਨਾਲ ਕਿ ਸਾਰੇ ਕਮੇਟੀ ਮੈਂਬਰਾਂ ਨੇ ਇਹਨਾਂ ਨੂੰ ਸਰਬਸੰਮਤੀ ਨਾਲ ਲਾਇਬ੍ਰੇਰੀ ਦਾ ਚਾਰਜ ਦੇ ਦਿੱਤਾ ਅਤੇ ਨਵੀਆਂ ਕਿਤਾਬਾਂ ਲਿਆਉਣ ਲਈ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ। ਸਰ ਇਹਦੇ ਵਿੱਚ ਜਿਹੜਾ ਹੈਗਾ ਲਾਇਬ੍ਰੇਰੀ ਖੋਲ੍ਹਣ ਦਾ ਕੀ ਮੁੱਖ ਮੰਤਵ ਹੈਗਾ? ਤੁਸੀਂ ਸ਼ਹਿਰ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਲਾਇਬ੍ਰੇਰੀ ਪ੍ਰਤੀ? ਇਸ ਲਾਇਬ੍ਰੇਰੀ ਬਾਰੇ ਮੈਸੇਜ ਦਿਆਂ, ਜਿਹੜਾ ਵੀ ਆਪਣਾ ਔਥਰ ਦੀਆਂ ਕਿਤਾਬਾਂ ਲਿਖੀਆਂ ਹੁੰਦੀਆਂ ਉਹ ਆਪ ਦਾ ਜੀਵਨ 'ਚੋਂ ਕੋਈ ਤੱਤ ਕੱਢ ਕੇ ਜਾਂ ਮਤਲਬ ਵੀ ਸਰਚ ਕਰਕੇ ਲਿਖਿਆ ਹੁੰਦਾ ਹੈ। ਜਿਹੜਾ ਆਪਣਾ ਮੋਬਾਈਲ 'ਤੇ ਆ ਜਾਂ ਗੂਗਲ 'ਤੇ ਆ, ਉਹ ਕੋਈ ਉਹਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ, ਨਾ ਉਹਦਾ ਕੋਈ ਜ਼ਿੰਮੇਵਾਰੀ ਲੈਂਦਾ। ਪਰ ਔਥਰ ਦੀ ਕਿਤਾਬ ਲਿਖੀ ਹੋਈ ਉਹਦੀ ਉਹ ਜ਼ਿੰਮੇਵਾਰੀ ਬਣ ਜਾਂਦੀ ਹੈ। ਉਹਦੀ ਸਰਚ ਲੋਕਾਂ ਤੱਕ ਪਹੁੰਚ ਕੇ ਇੱਕ ਅਗਾਂਹ ਚਾਨਣ ਮੁਨਾਰਾ ਬਣ ਕੇ ਅਗਲੇ ਦੀ ਜ਼ਿੰਦਗੀ ਵੀ ਸੁਧਾਰ ਸਕਦਾ ਹੈ।